इस वीडियो ਵਿੱਚ ਅਸੀਂ ਕਿਸੇ ਦਿੱਤੀ ਹੋਈ ਸੰਖਿਆ ਦੀ 2, 3, 4, 5, 6, 9 ਜਾਂ 10 ਨਾਲ ਭਾਜਯੋਗਤਾ ਦੀ ਜਾਂਚ ਕਰਨ ਦੇ ਤਰੀਕੇ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਗਣਿਤ ਦੇ ਪ੍ਰਸ਼ਨ ਹੱਲ ਕਰਦੇ ਸਮੇਂ ਸਾਨੂੰ ਬਹੁਤ ਵਾਰ ਇਸ ਗੱਲ ਦੀ ਜ਼ਰੂਰਤ ਪੈਂਦੀ ਹੈ ਕਿ ਸਾਨੂੰ ਪਹਿਲਾਂ ਹੀ ਇਹ ਪਤਾ ਲੱਗ ਜਾਵੇ ਕਿ ਦਿੱਤੀ ਹੋਈ ਸੰਖਿਆ ਇਹਨਾਂ ਵਿੱਚੋਂ ਕਿਸ ਡਿਜਿਟ ਭਾਵ ਕਿਸ ਅੰਕ ਦੇ ਨਾਲ ਪੂਰੀ ਤਰ੍ਹਾਂ ਨਾਲ ਭਾਗ ਹੋ ਜਾਵੇ। ਖਾਸ ਕਰਕੇ ਜਦੋਂ ਅਸੀਂ ਕਿਸੇ ਸੰਖਿਆ ਦੇ ਅਭਾਜ ਗੁਣਨਖੰਡ ਬਣਾਉਣੇ ਹੋਣ। ਤਾਂ ਆਓ ਸ਼ੁਰੂ ਕਰਦੇ ਹਾਂ। ਇਸ ਦੇ ਲਈ ਮੈਂ ਇੱਥੇ 3 ਸੰਖਿਆਵਾਂ ਲੈ ਲਈਆਂ ਹਨ। ਹੁਣ ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਸੰਖਿਆਵਾਂ ਦੀ 2 ਨਾਲ ਭਾਜਯੋਗਤਾ ਦੀ ਜਾਂਚ ਕਰਦੇ ਹਾਂ। ਭਾਵ ਅਸੀਂ ਦੇਖਦੇ ਹਾਂ ਕਿ ਇਹਨਾਂ ਵਿੱਚੋਂ ਕਿਹੜੀ ਸੰਖਿਆ 2 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇ। ਹੁਣ 2 ਨਾਲ ਕਿਸੇ ਸੰਖਿਆ ਦੀ ਭਾਜਯੋਗਤਾ ਜਾਂਚ ਕਰਨ ਦਾ ਤਰੀਕਾ ਇਹ ਹੈ ਕਿ ਅਸੀਂ ਹਰੇਕ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ ਦੇਖਣਾ ਹੈ। ਇੱਥੇ ਸਾਡੇ ਕੋਲ ਇਕਾਈ ਸਥਾਨ ਵਾਲੇ ਇਹ ਅੰਕ ਹਨ। ਪਹਿਲੀ ਸੰਖਿਆ ਦੇ ਇਕਾਈ ਸਥਾਨ ਤੇ ਅੰਕ 8 ਹੈ, ਦੂਜੇ ਵਿੱਚ 0 ਹੈ, ਤੀਜੇ ਵਿੱਚ 5 ਹੈ। ਹੁਣ 2 ਦੀ ਭਾਜਯੋਗਤਾ ਦਾ ਇਹ ਤਰੀਕਾ ਹੈ ਕਿ ਜਿਸ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ 2 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇ ਉਹ ਪੂਰੀ ਸੰਖਿਆ ਵੀ 2 ਨਾਲ ਭਾਗ ਹੋ ਜਾਵੇਗੀ। ਹੁਣ ਇੱਥੇ ਇਕਾਈ ਸਥਾਨ ਵਾਲਾ ਅੰਕ 8 ਹੈ ਜੋ ਕਿ 2 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗਾ। ਤਾਂ ਇਸ ਤੋਂ ਭਾਵ ਕਿ ਸਾਰੀ ਸੰਖਿਆ ਵੀ 2 ਨਾਲ ਭਾਗ ਹੋ ਜਾਏਗੀ। ਦੂਜੀ ਸੰਖਿਆ ਵਿੱਚ ਇਕਾਈ ਸਥਾਨ 0 ਹੈ, ਇਹ ਵੀ 2 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਂਦਾ ਹੈ, ਇਸ ਲਈ ਇਹ ਸੰਖਿਆ ਵੀ 2 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਏਗੀ। ਤੀਸਰੀ ਸੰਖਿਆ ਵਿੱਚ ਇਕਾਈ ਸਥਾਨ ਵਾਲਾ ਅੰਕ 5 ਹੈ ਜੋ 2 ਨਾਲ ਪੂਰੀ ਤਰ੍ਹਾਂ ਭਾਗ ਨਹੀਂ ਹੁੰਦਾ, ਇਸ ਲਈ ਇਹ ਸੰਖਿਆ 2 ਨਾਲ ਭਾਗ ਨਹੀਂ ਹੋਏਗੀ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਸ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ ਜਿਸਤ ਹੋਵੇ ਉਹ ਪੂਰੀ ਸੰਖਿਆ ਜਿਸਤ ਹੁੰਦੀ ਹੈ ਅਤੇ 2 ਨਾਲ ਭਾਗ ਹੋ ਜਾਂਦੀ ਹੈ। ਅੱਗੇ ਅਸੀਂ 3 ਨਾਲ ਭਾਜਯੋਗਤਾ ਦੀ ਜਾਂਚ ਕਰਾਂਗੇ। 3 ਨਾਲ ਭਾਜਯੋਗਤਾ ਜਾਂਚ ਕਰਨ ਦਾ ਤਰੀਕਾ ਇਹ ਹੈ ਕਿ ਅਸੀਂ ਕਿਸੇ ਵੀ ਸੰਖਿਆ ਦੇ ਜੋ ਸਾਨੂੰ ਦਿੱਤੀ ਹੋਈ ਹੈ ਉਸ ਦੇ ਅੰਕਾਂ ਦਾ ਜੋੜ ਕਰ ਲੈਣਾ ਹੈ। ਜੇਕਰ ਅੰਕਾਂ ਦਾ ਜੋੜ 3 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਂਦਾ ਹੈ ਤਾਂ ਉਹ ਪੂਰੀ ਸੰਖਿਆ ਵੀ ਭਾਗ ਹੋ ਜਾਂਦੀ ਹੈ। ਆਓ ਹੁਣ ਪਹਿਲਾਂ ਇਸ ਸੰਖਿਆ ਨੂੰ ਦੇਖਦੇ ਹਾਂ ਕਿ ਕੀ ਇਹ 3 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇਗੀ ਜਾਂ ਨਹੀਂ। ਇਸ ਦੇ ਲਈ ਅਸੀਂ ਇਸ ਦੇ ਅੰਕਾਂ ਦਾ ਜੋੜ ਕਰਾਂਗੇ। 2 + 7 + 9 + 9 + 5 + 8 + 8। 2 ਤੇ 7 9, 9 ਤੇ 9 18, 18 ਤੇ 9 27, 27 ਤੇ 5 32, 32 ਤੇ 8 40, 40 ਤੇ 8 48। ਹੁਣ ਇਹਨਾਂ ਦਾ ਜੋੜ 48 ਬਣ ਗਿਆ। ਹੁਣ ਅਸੀਂ ਦੇਖਦੇ ਹਾਂ ਕਿ 48 3 ਨਾਲ ਭਾਗ ਹੋ ਜਾਂਦਾ ਹੈ। ਜੇਕਰ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗਦਾ ਕਿ ਭਾਗ ਹੋ ਜਾਂਦਾ ਕਿ ਨਹੀਂ ਤਾਂ ਇਹਨਾਂ ਨੂੰ ਅੱਗੇ ਫੇਰ ਜੋੜ ਲਓ। ਇਹ ਅੱਗੇ ਫੇਰ ਹੋ ਜਾਏਗਾ 4 + 8, ਇਹ ਹੋ ਗਿਆ 12। ਹੁਣ ਇੱਥੇ ਸਾਨੂੰ ਸਪਸ਼ਟ ਹੀ ਹੈ ਕਿ 12 3 ਦੇ ਨਾਲ ਭਾਗ ਹੋ ਜਾਂਦਾ ਹੈ। ਫਿਰ ਵੀ ਜੇਕਰ ਡਾਊਟ ਹੈ ਤਾਂ ਤੁਸੀਂ ਫਿਰ ਅੱਗੇ ਇਸ ਨੂੰ ਜੋੜ ਕੇ ਦੇਖ ਸਕਦੇ ਹੋ। ਇਸ ਦਾ ਜੋੜ 3 ਆ ਗਿਆ ਜੋ ਕਿ 3 ਨਾਲ ਭਾਗ ਹੋ ਜਾਏਗਾ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਹ ਸੰਖਿਆ ਇਸ ਦਾ ਜੋੜ ਹੈ ਉਹ 3 ਨਾਲ ਪੂਰੀ ਤਰ੍ਹਾਂ ਭਾਗ ਹੁੰਦਾ ਹੈ, ਇਸ ਲਈ ਇਹ ਸੰਖਿਆ ਵੀ 3 ਨਾਲ ਭਾਗ ਹੋ ਜਾਏਗੀ। ਹੁਣ ਦੂਜੀ ਸੰਖਿਆ ਦੇ ਅੰਕਾਂ ਦਾ ਜੋੜ ਦੇਖ ਲੈਂਦੇ ਹਾਂ। ਇਸ ਦਾ ਜੋੜ ਦੇਖ ਲੈਂਦੇ ਹਾਂ। ਇਸ ਦਾ ਜੋੜ 5 ਤੇ 6 11, 11 ਵਿੱਚ 7 ਜੋੜੇ 18। ਤਾਂ ਇਸ ਦਾ ਜੋੜ 18 ਆ ਗਿਆ। 18 ਸਾਨੂੰ ਪਤਾ ਹੈ ਕਿ 3 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਂਦਾ ਹੈ, ਪਰ ਫਿਰ ਵੀ ਜੇਕਰ ਤੁਹਾਨੂੰ ਡਾਊਟ ਹੈ ਤਾਂ ਇਸ ਨੂੰ ਅੱਗੇ ਫੇਰ ਜੋੜ ਲਓ। 1 ਵਿੱਚ 8 ਜੋੜੇ ਇਹ ਹੋ ਗਏ 9, 9 3 ਨਾਲ ਭਾਗ ਹੋ ਜਾਂਦਾ ਹੈ। ਇਸ ਤੋਂ ਭਾਵ ਕਿ ਸਾਰੀ ਸੰਖਿਆ 3 ਨਾਲ ਭਾਗ ਹੋ ਜਾਏਗੀ। ਹੁਣ ਅੱਗੇ ਤੀਸਰੀ ਸੰਖਿਆ ਬਾਰੇ ਦੇਖਦੇ ਹਾਂ। ਇਸ ਦੇ ਅੰਕਾਂ ਦਾ ਜੋੜ ਕਰ ਲੈਂਦੇ ਹਾਂ। 1 ਵਿੱਚ 0 ਜੋੜੀ 1 ਵਿੱਚ 0 ਜੋੜੀ 1, 1 ਤੇ 7 8, 8 ਤੇ 6 14, 14 ਤੇ 5 19। ਤਾਂ ਹੁਣ ਇਸ ਦਾ ਸਾਡੇ ਕੋਲ ਜੋੜ ਆ ਗਿਆ 19। ਇਸ ਦਾ ਜੋੜ ਹੈ 19। ਹੁਣ 19 ਸਾਨੂੰ ਪਤਾ ਹੈ ਕਿ 3 ਨਾਲ ਪੂਰੀ ਤਰ੍ਹਾਂ ਨਾਲ ਭਾਗ ਨਹੀਂ ਹੁੰਦਾ। ਹੁਣ ਇਸ ਦਾ ਜੋੜ ਵੀ ਕਰਕੇ ਦੇਖ ਲੈਂਦੇ ਹਾਂ। ਇਹਨਾਂ ਦਾ ਜੋੜ ਬਣਦਾ ਹੈ 1 + 9 10 ਜੋ ਕਿ 3 ਨਾਲ ਭਾਗ ਨਹੀਂ ਹੁੰਦਾ, ਇਸ ਲਈ ਇਹ ਸੰਖਿਆ 3 ਨਾਲ ਵੀ ਪੂਰੀ ਤਰ੍ਹਾਂ ਭਾਗ ਨਹੀਂ ਹੋਏਗੀ। ਹੁਣ ਅੱਗੇ ਅਸੀਂ 4 ਦੇ ਨਾਲ ਭਾਜਯੋਗਤਾ ਦੀ ਜਾਂਚ ਕਰਨੀ ਹੈ। ਹੁਣ 4 ਨਾਲ ਭਾਜਯੋਗਤਾ ਦੀ ਜਾਂਚ ਕਰਨ ਦੇ ਲਈ ਅਸੀਂ ਕਿਸੇ ਵੀ ਸੰਖਿਆ ਦੇ ਆਖਰੀ 2 ਅੰਕਾਂ ਨਾਲ ਬਣੀ ਹੋਈ ਸੰਖਿਆ ਦੇਖਣੀ ਹੈ। ਜਿਵੇਂ ਕਿ ਇੱਥੇ 88 ਬਣਦੀ ਹੈ। ਜੇਕਰ ਆਖਰੀ 2 ਅੰਕਾਂ ਨਾਲ ਬਣੀ ਸੰਖਿਆ 4 ਨਾਲ ਪੂਰੀ ਤਰ੍ਹਾਂ ਭਾਗ ਹੁੰਦੀ ਹੋਵੇ ਤਾਂ ਪੂਰੀ ਸੰਖਿਆ ਵੀ 4 ਨਾਲ ਭਾਗ ਹੋ ਜਾਏਗੀ। ਹੁਣ ਇੱਥੇ ਆਖਰੀ 2 ਅੰਕਾਂ ਨਾਲ ਸੰਖਿਆ 88 ਬਣਦੀ ਹੈ। 88 ਸਾਨੂੰ ਪਤਾ ਹੀ ਹੈ ਕਿ 4 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਏਗਾ, ਤੇ ਇਸ ਦਾ ਮਤਲਬ ਕਿ ਇਹ ਸੰਖਿਆ ਵੀ 4 ਨਾਲ ਭਾਗ ਹੋ ਜਾਏਗੀ। ਹੁਣ ਇੱਥੇ ਜੋ ਆਖਰੀ 2 ਅੰਕਾਂ ਦੇ ਨਾਲ ਸੰਖਿਆ ਬਣੀ ਹੈ ਉਹ ਹੈ 70। ਹੁਣ 70 ਸਾਨੂੰ ਪਤਾ ਹੈ ਕਿ 4 ਨਾਲ ਭਾਗ ਨਹੀਂ ਹੁੰਦੀ। ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਚੈੱਕ ਵੀ ਕਰ ਲੈਂਦੇ ਹਾਂ। 70 ਨੂੰ ਅਸੀਂ 4 ਨਾਲ ਭਾਗ ਕਰਦੇ ਹਾਂ। 4 ਨੂੰ 1 ਨਾਲ ਗੁਣਾ ਕੀਤਾ 4, ਤੇ ਇੱਥੇ ਸਾਡੇ ਕੋਲ ਬਚ ਗਏ 3।
3 ਦੇ ਨਾਲ 0 ਲਗਾਈ ਤਾਂ ਸਾਡੇ ਕੋਲ 30 ਹੋ ਗਏ, ਤੇ 4 7 28, ਤੇ ਸਾਡੇ ਕੋਲ ਬਾਕੀ 2 ਬਚ ਗਏ। ਹੁਣ ਇੱਥੇ ਸਾਡੇ ਕੋਲ ਬਾਕੀ 2 ਬਚ ਗਏ। ਇਸ ਤੋਂ ਭਾਵ ਕਿ ਜੋ ਇਹ ਸੰਖਿਆ 70 ਹੈ ਉਹ 4 ਨਾਲ ਭਾਗ ਨਹੀਂ ਹੁੰਦੀ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਪੂਰੀ ਸੰਖਿਆ ਵੀ 4 ਨਾਲ ਭਾਗ ਨਹੀਂ ਹੋਏਗੀ। ਤੀਸਰੀ ਸੰਖਿਆ ਦੇ ਅਸੀਂ 2 ਆਖਰੀ ਅੰਕ ਦੇਖਦੇ ਹਾਂ। ਤੀਸਰੀ ਸੰਖਿਆ ਦੇ 2 ਆਖਰੀ ਅੰਕ ਹਨ ਜੋ ਸੰਖਿਆ ਬਣਾਉਂਦੇ ਹਨ 65। 65 ਵੀ ਸਾਨੂੰ ਪਤਾ ਹੈ ਕਿ 4 ਨਾਲ ਭਾਗ ਨਹੀਂ ਹੁੰਦੀ। ਤਾਂ ਇਸ ਤੋਂ ਮਤਲਬ ਕਿ ਇਹ ਪੂਰੀ ਸੰਖਿਆ ਵੀ 4 ਨਾਲ ਭਾਗ ਨਹੀਂ ਹੋਏਗੀ। ਅੱਗੇ ਅਸੀਂ 5 ਨਾਲ ਭਾਜਯੋਗਤਾ ਦੀ ਜਾਂਚ ਕਰਾਂਗੇ। 5 ਨਾਲ ਕਿਸੇ ਸੰਖਿਆ ਦੀ ਭਾਜਯੋਗਤਾ ਦੀ ਜਾਂਚ ਕਰਨ ਦਾ ਤਰੀਕਾ ਬੜਾ ਹੀ ਆਸਾਨ ਹੈ। ਜਿਸ ਵੀ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ ਯਾਨੀ ਕਿ ਆਖਰੀ ਅੰਕ 0 ਜਾਂ 5 ਹੋਵੇ ਉਹ ਪੂਰੀ ਸੰਖਿਆ 5 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਂਦੀ ਹੈ। ਹੁਣ ਇੱਥੇ ਪਹਿਲੀ ਸੰਖਿਆ ਦੇ ਇਕਾਈ ਸਥਾਨ ਤੇ ਅੰਕ 8 ਹੈ ਜੋ ਕਿ 5 ਜਾਂ 0 ਨਹੀਂ ਹੈ। ਇਸ ਤੋਂ ਭਾਵ ਕਿ ਇਹ ਸੰਖਿਆ 5 ਨਾਲ ਭਾਗ ਨਹੀਂ ਹੋਏਗੀ। ਦੂਜੀ ਸੰਖਿਆ ਦੇ ਇਕਾਈ ਸਥਾਨ ਦਾ ਅੰਕ 0 ਹੈ। ਇਸ ਤੋਂ ਭਾਵ ਕਿ ਇਹ ਸੰਖਿਆ 5 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਏਗੀ। ਤੀਸਰੀ ਸੰਖਿਆ ਦਾ ਵੀ ਜੋ ਆਖਰੀ ਅੰਕ ਹੈ ਯਾਨੀ ਕਿ ਇਕਾਈ ਸਥਾਨ ਵਾਲਾ ਅੰਕ ਹੈ ਉਹ 5 ਹੈ। ਤਾਂ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਜੇਕਰ 0 ਅਤੇ 5 ਹੋਵੇ ਤਾਂ ਇਹ 5 ਨਾਲ ਭਾਗ ਹੋ ਜਾਂਦੇ ਆ। ਤਾਂ ਇਹ ਤੀਸਰੀ ਸੰਖਿਆ 5 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਏਗੀ। ਅੱਗੇ ਅਸੀਂ 6 ਨਾਲ ਭਾਜਯੋਗਤਾ ਦੀ ਜਾਂਚ ਕਰਾਂਗੇ। 6 ਨਾਲ ਭਾਜਯੋਗਤਾ ਦੀ ਜਾਂਚ ਕਰਨ ਦਾ ਤਰੀਕਾ ਇਹ ਹੈ ਕਿ ਜਿਹੜੀ ਵੀ ਸੰਖਿਆ 2 ਅਤੇ 3 ਦੋਨਾਂ ਨਾਲ ਭਾਗ ਹੁੰਦੀ ਹੋਵੇ ਉਹ ਸੰਖਿਆ 6 ਨਾਲ ਵੀ ਪੂਰੀ ਤਰ੍ਹਾਂ ਭਾਗ ਹੋ ਜਾਂਦੀ ਹੈ। ਹੁਣ ਇੱਥੇ ਜੋ ਪਹਿਲੀ ਸੰਖਿਆ ਹੈ ਅਸੀਂ ਦੇਖਦੇ ਹਾਂ ਕਿ 2 ਅਤੇ 3 ਦੋਨਾਂ ਨਾਲ ਭਾਗ ਹੋ ਰਹੀ ਹੈ। ਇਸ ਤੋਂ ਭਾਵ ਕਿ ਇਹ ਸੰਖਿਆ 6 ਨਾਲ ਵੀ ਪੂਰੀ ਤਰ੍ਹਾਂ ਭਾਗ ਹੋ ਜਾਏਗੀ। ਦੂਜੀ ਸੰਖਿਆ ਵੀ 2 ਅਤੇ 3 ਦੋਨਾਂ ਨਾਲ ਭਾਗ ਹੋ ਰਹੀ ਹੈ, ਇਸ ਲਈ ਇਹ ਸੰਖਿਆ 6 ਨਾਲ ਵੀ ਪੂਰੀ ਤਰ੍ਹਾਂ ਭਾਗ ਹੋ ਜਾਏਗੀ। ਤੀਸਰੀ ਸੰਖਿਆ 2 ਅਤੇ 3 ਨਾਲ ਭਾਗ ਨਹੀਂ ਹੋ ਰਹੀ, ਇਸ ਲਈ ਇਹ ਸੰਖਿਆ 6 ਨਾਲ ਵੀ ਭਾਗ ਨਹੀਂ ਹੋਏਗੀ। ਹੁਣ ਅੱਗੇ ਅਸੀਂ 9 ਨਾਲ ਭਾਗਯੋਗਤਾ ਦੀ ਜਾਂਚ ਕਰਨੀ ਹੈ। 9 ਨਾਲ ਭਾਗਯੋਗਤਾ ਦੀ ਜਾਂਚ ਕਰਨ ਦਾ ਤਰੀਕਾ ਵੀ 3 ਦੀ ਤਰ੍ਹਾਂ ਦਾ ਹੀ ਹੈ। ਇਸ ਦੇ ਵਿੱਚ ਵੀ ਅਸੀਂ ਸੰਖਿਆ ਦੇ ਅੰਕਾਂ ਦਾ ਜੋੜ ਕਰਦੇ ਹਾਂ। ਜੇਕਰ ਸੰਖਿਆ ਦੇ ਅੰਕਾਂ ਦਾ ਜੋੜ 9 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਵੇ ਤਾਂ ਪੂਰੀ ਸੰਖਿਆ ਵੀ 9 ਨਾਲ ਪੂਰੀ ਤਰ੍ਹਾਂ ਭਾਗ ਹੋ ਜਾਂਦੀ ਹੈ। ਹੁਣ ਇੱਥੇ ਅਸੀਂ ਇਸ ਸੰਖਿਆ ਦੇ ਅੰਕਾਂ ਦਾ ਜੋੜ ਪਹਿਲਾਂ ਹੀ ਕਰਕੇ ਦੇਖਿਆ ਹੋਇਆ ਹੈ ਜੋ ਕਿ ਆਇਆ ਸੀ 48। 48 9 ਨਾਲ ਪੂਰੀ ਤਰ੍ਹਾਂ ਭਾਗ ਨਹੀਂ ਹੁੰਦਾ, ਤਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪੂਰੀ ਸੰਖਿਆ ਵੀ 9 ਨਾਲ ਭਾਗ ਨਹੀਂ ਹੋਵੇਗੀ। ਇਹ ਸੰਖਿਆ 9 ਨਾਲ ਭਾਗ ਨਹੀਂ ਹੋਏਗੀ। ਅਗਲੀ ਸੰਖਿਆ ਦੇ ਅੰਕਾਂ ਦਾ ਜੋੜ ਅਸੀਂ ਪਹਿਲਾਂ ਹੀ ਕੀਤਾ ਹੈ ਜੋ ਕਿ ਆਇਆ ਹੋਇਆ ਹੈ 18। 18 ਸਾਨੂੰ ਪਤਾ ਹੈ ਕਿ 9 ਦੇ ਨਾਲ ਪੂਰੀ ਤਰ੍ਹਾਂ ਭਾਗ ਹੋ ਜਾਂਦਾ ਹੈ, ਤਾਂ ਇਸ ਲਈ ਇਹ ਸੰਖਿਆ ਵੀ 9 ਨਾਲ ਭਾਗ ਹੋ ਜਾਏਗੀ। ਅਗਲੀ ਸੰਖਿਆ ਦੇ ਅੰਕਾਂ ਦਾ ਜੋੜ 19 ਆਇਆ ਸੀ ਜੋ ਕਿ ਸਾਨੂੰ ਪਤਾ ਹੈ ਕਿ 9 ਨਾਲ ਭਾਗ ਨਹੀਂ ਹੁੰਦਾ, ਇਸ ਲਈ ਇਹ ਪੂਰੀ ਸੰਖਿਆ ਵੀ 9 ਨਾਲ ਭਾਗ ਨਹੀਂ ਹੋਏਗੀ। ਆਖਰੀ ਸਾਡੇ ਕੋਲ ਅੰਕ ਹੈ 10। 10 ਨਾਲ ਭਾਜਯੋਗਤਾ ਦੀ ਜਾਂਚ ਕਰਨ ਦਾ ਤਰੀਕਾ ਬੜਾ ਹੀ ਆਸਾਨ ਹੈ। ਜਿਸ ਵੀ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ 0 ਹੋਵੇ ਉਹ 10 ਨਾਲ ਭਾਗ ਹੋ ਜਾਂਦਾ ਹੈ। ਹੁਣ ਇੱਥੇ ਇਕਾਈ ਸਥਾਨ ਵਾਲਾ ਅੰਕ 0 ਨਹੀਂ ਹੈ, ਇਸ ਲਈ ਇਹ ਸੰਖਿਆ 10 ਨਾਲ ਪੂਰੀ ਤਰ੍ਹਾਂ ਭਾਗ ਨਹੀਂ ਹੋਏਗੀ। ਇਸ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ 0 ਹੈ, ਇਸ ਲਈ ਇਹ ਸੰਖਿਆ 10 ਨਾਲ ਭਾਗ ਹੋ ਜਾਏਗੀ। ਇਸ ਸੰਖਿਆ ਦੇ ਇਕਾਈ ਸਥਾਨ ਵਾਲਾ ਅੰਕ 0 ਨਹੀਂ ਹੈ, ਇਸ ਲਈ ਇਹ 10 ਨਾਲ ਭਾਗ ਨਹੀਂ ਹੋਵੇਗੀ। ਤਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਇਹ ਪਹਿਲਾਂ ਹੀ ਪਤਾ ਲਗਾ ਲਵੋਗੇ ਕਿ ਦਿੱਤੀ ਹੋਈ ਸੰਖਿਆ ਇਹਨਾਂ ਵਿੱਚੋਂ ਕਿਸ ਅੰਕ ਦੇ ਨਾਲ ਪੂਰੀ ਤਰ੍ਹਾਂ ਨਾਲ ਭਾਗ ਹੋ ਜਾਵੇਗੀ।